ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਓਨਟਾਰੀਓ ਨਾਲ $74 ਮਿਲੀਅਨ ਦੀ ਡੀਲ। ਅਗਲੇ 3 ਸਾਲਾਂ 'ਚ 2000 ਦੇ ਨੇੜੇ-ਤੇੜੇ ਹਾਊਸਿੰਗ ਯੂਨਿਟ ਤਿਆਰ ਕਰਨ ਦੇ ਕੰਮ 'ਚ ਆਵੇਗੀ ਤੇਜ਼ੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ ਐਲਾਨ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਦੁਆਰਾ ਜਹਾਜ਼ 'ਚ ਸਵਾਰੀਆਂ ਨੂੰ ਸੰਬੋਧਨ ਕਰਨ ਵਾਲੇ ਸਿਸਟਮ ਤੇ ਬੋਲਣ ਤੋਂ ਬਾਅਦ ਵੈਸਟਜੈਟ ਦੇ ਕੈਬਨ ਕਰੂ ਦੀ ਨੁਮਾਇੰਦਗੀ ਕਰਦੀ ਯੂਨੀਅਨ ਨੇ 에ਅਰਲਾਈਨ ਤੋਂ ਮੁਆਫੀ ਦੀ ਕੀਤੀ ਮੰਗ। ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਵੱਲੋਂ ਕਰਵਾਈ ਗਈ ਇੱਕ ਰਿਪੋਰਟ 'ਚ ਓਨਟਾਰੀਓ ਦੇ ਕਲਾਈਮੇਟ ਚੇਂਜ ਦੇ ਵਾਧੇ ਜ਼ੋਖਮ ਬਾਰੇ ਚੇਤਾਵਨੀ। ਰਿਪੋਰਟ 'ਚ ਦੱਸਿਆ ਗਿਆ ਜਲਵਾਯੂ ਤਬਦੀਲੀ ਖੇਤੀ ਤੋਂ ਲੈ ਕੇ ਬੁਨਿਆਦੀ ਢਾਂਚੇ ਤੇ ਭੋਜਨ ਉਤਪਾਦਨ ਤੋਂ ਲੈ ਕੇ ਕਾਰੋਬਾਰਾਂ ਤੱਕ ਸਭ ਨੂੰ ਕਰੇਗੀ ਪ੍ਰਭਾਵਿਤ। ਬੱਸ 'ਚ ਸਿੱਖ ਵਿਦਿਆਰਥੀ ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਕੀਤੀ ਜਾਂਚ ਦੀ ਮੰਗ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹਾਊਸਿੰਗ ਦਾ ਮਸਲਾ ਆਸਾਨੀ ਨਾਲ ਸੁਲਝਾਇਆ ਜਾ ਸਕਦਾ ਹੈ। ਉਹਨਾਂ ਫੈਡਰਲ ਸਰਕਾਰ ਦੇ ਹਾਊਸਿੰਗ ਐਕਸਲਰੇਟਰ ਫੰਡ ਤਹਿਤ ਕੀਤੇ ਗਏ ਮਿਊਨਿਸਪਲ ਸਮਝੌਤੇ ਨੂੰ ਅਮਲ 'ਚ ਲਿਆਉਣ ਦਾ ਕਰਾਰ ਕੀਤਾ। ਇਹ ਨਿੱਕੇ ਪੱਧਰ ਉੱਤੇ ਚੁੱਕਿਆ ਜਾਣ ਵਾਲਾ ਕਦਮ ਹੈ ਤੇ ਲਿਬਰਲ ਇਹ ਦੱਸਣਾ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਇਸ ਨਾਲ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਲੰਡਨ ਓਨਟਾਰੀਓ ਨਾਲ $74 ਮਿਲੀਅਨ ਦੀ ਇੱਕ ਡੀਲ ਅਗਲੇ 3 ਸਾਲਾਂ ਦੇ ਵਿੱਚ 2000 ਦੇ ਨੇੜੇ-ਤੇੜੇ ਹਾਊਸਿੰਗ ਯੂਨਿਟ ਤਿਆਰ ਕਰਨ ਦੇ ਕੰਮ 'ਚ ਤੇਜ਼ੀ ਲੈ ਕੇ ਆਵੇਗੀ ਤੇ ਇਸ ਦੇ ਨਾਲ ਹੀ ਆਉਣ ਵਾਲੇ ਸਾਲਾਂ 'ਚ ਕਈ ਹਜ਼ਾਰ ਘਰ ਹੋਰ ਤਿਆਰ ਕੀਤੇ ਜਾ ਸਕਣਗੇ। ਲਿਬਰਲਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਬਹੁ ਪੜਾਵੀ ਹਾਊਸਿੰਗ ਰਣਨੀਤੀ ਦਾ ਹੀ ਹਿੱਸਾ ਹੈ। ਇਸ ਲਈ ਰੀਜ਼ੋਨਿੰਗ ਦੀ ਲੋੜ ਨਹੀਂ ਹੋਵੇਗੀ ਤੇ ਇਸ ਨਾਲ ਡੁਪਲੈਕਸਿਸ, ਇੰਟਰਲੈਕਸਿਸ ਤੇ ਨਾਲ-ਨਾਲ ਨਿੱਕੇ ਅਪਾਰਟਮੈਂਟਸ ਦਾ ਨਿਰਮਾਣ ਵੀ ਕੀਤਾ ਜਾ ਸਕੇਗਾ। ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਡੀਲਸ ਹੀ ਹੋਰਨਾਂ ਸਿਟੀਜ਼ ਨਾਲ ਵੀ ਕੀਤੀਆਂ ਗਈਆਂ ਹਨ ਤੇ ਜਲਦ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਅਫੋਰਡੇਬਲ ਘਰ ਮਾਰਕੀਟ 'ਚ ਆ ਜਾਣਗੇ। ਟਰੂਡੋ ਨੇ ਆਖਿਆ ਕਿ ਹਾਊਸਿੰਗ ਸੁਲਝਾਉਣ ਯੋਗ ਸਮੱਸਿਆ ਹੈ ਤੇ ਜੇ ਅਸੀਂ ਰਲ ਕੇ ਕੰਮ ਕਰੀਏ ਤਾਂ ਇਸ ਨੂੰ ਜਲਦ ਹੀ ਸੁਲਝਾਇਆ ਜਾ ਸਕਦਾ ਹੈ। ਕੈਨੇਡਾ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ ਤੇ ਇੱਕ ਵਾਰ ਫਿਰ ਅਸੀਂ ਅਜਿਹਾ ਕਰਨ ਜਾ ਰਹੇ ਹਾਂ। 10,000 ਤੋਂ ਵੱਧ ਦੀ ਆਬਾਦੀ ਵਾਲੀਆਂ ਮਿਊਨਿਸਪਲ ਸਰਕਾਰਾਂ ਨਵੀਆਂ ਪਹਿਲ ਕਦਮੀਆਂ ਪ੍ਰਸਤੁਤ ਕਰਕੇ ਇਸ ਫੰਡ ਵਿੱਚ ਹਿੱਸਾ ਲੈਣ ਲਈ ਅਰਜ਼ੀਆਂ ਦੇ ਸਕਦੀਆਂ ਨੇ ਜੋ ਉਹਨਾਂ ਦੇ ਸ਼ਹਿਰਾਂ ਵਿੱਚ ਘਰ ਬਣਾਉਣ ਦੀ ਸਾਲਾਨਾ ਦਰ 'ਚ ਘੱਟੋ-ਘੱਟ 10% ਵਾਧਾ ਕਰੇਗੀ। ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਇੱਕ ਨਵੀਂ ਰਿਪੋਰਟ 'ਚ ਕਿਹਾ ਹੈ ਕਿ ਸਾਲ 2004 ਜਿੰਨਾ ਕਿਫਾਇਤ ਪੱਧਰ ਪ੍ਰਾਪਤ ਕਰਨ ਲਈ ਸਾਲ 2030 ਤੱਕ ਜਿੰਨੇ ਘਰ ਬਣਨੇ ਹਨ ਉਸ ਤੋਂ ਇਲਾਵਾ 3.5 ਮਿਲੀਅਨ ਵਾਧੂ ਘਰਾਂ ਦੇ ਨਿਰਮਾਣ ਦੀ ਜ਼ਰੂਰਤ ਹੋਵੇਗੀ। 2022 ਵਿੱਚ CMHC ਨੇ ਉਸਾਰੀ ਦੀ ਦਰ ਦੇ ਹਿਸਾਬ ਨਾਲ ਅੰਦਾਜ਼ਾ ਲਗਾਇਆ ਸੀ ਕਿ 2030 ਤੱਕ ਕੈਨੇਡਾ 'ਚ 18.6 ਮਿਲੀਅਨ ਘਰ ਹੋਣਗੇ, ਪਰ ਘਰਾਂ ਦੀ ਉਸਾਰੀ 'ਚ ਕਮੀ ਦੇ ਮੱਦੇਨਜ਼ਰ 2023 ਦੇ ਅਨੁਮਾਨਾਂ 'ਚ ਇਸ ਨੂੰ ਘਟਾ ਕੇ 18.2 ਮਿਲੀਅਨ ਅਨੁਮਾਨਿਆ ਗਿਆ ਹੈ। 3.5 ਮਿਲੀਅਨ ਹਾਊਸਿੰਗ ਦੇ ਪਾੜੇ ਦਾ ਕਰੀਬ 60% ਹਿੱਸਾ ਓਨਟਾਰੀਓ ਅਤੇ BC ਵਿੱਚ ਹੈ। ਇਹ ਇਸ ਕਰਕੇ ਹੈ ਕਿਉਂਕਿ ਪਿਛਲੇ 20 ਸਾਲਾਂ ਦੌਰਾਨ ਹਾਊਸਿੰਗ ਸਪਲਾਈ ਮੰਗ ਦੇ ਮੇਚ ਨਾਲ ਨਹੀਂ ਵਧੀ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਦੁਆਰਾ ਜਹਾਜ਼ 'ਚ ਸਵਾਰੀਆਂ ਨੂੰ ਸੰਬੋਧਨ ਕਰਨ ਵਾਲੇ ਸਿਸਟਮ ਤੇ ਬੋਲਣ ਤੋਂ ਬਾਅਦ ਵੈਸਟਜੈਟ ਦੇ ਕੈਬਨ ਕਰੂ ਦੀ ਨੁਮਾਇੰਦਗੀ ਕਰਦੀ ਯੂਨੀਅਨ ਨੇ 에ਅਰਲਾਈਨ ਤੋਂ ਮੁਆਫੀ ਦੀ ਮੰਗ ਕੀਤੀ ਹੈ। ਕਿਊਬੈਕ ਸਿਟੀ 'ਚ ਕੰਜ਼ਰਵੇਟਿਵ ਪਾਰਟੀ ਦੀ ਕਨਵੈਨਸ਼ਨ ਤੋਂ ਬਾਅਦ ਐਤਵਾਰ ਰਾਤ ਨੂੰ ਕੈਲਗਰੀ ਜਾਣ ਵਾਲੀ ਫਲਾਈਟ 'ਚ ਪੋਲੀਏਵਰ ਜਹਾਜ਼ ਦੇ PA ਸਿਸਟਮ ਤੇ ਬੋਲਦੇ ਨਜ਼ਰੀ ਪੈ ਰਹੇ ਨੇ। ਪੋਲੀਏਵਰ ਦਾ ਚੋਣ ਮੁਹਿੰਮ ਦੇ ਸਟਾਈਲ ਦਾ ਭਾਸ਼ਣ 45 ਸੈਕਿੰਡ ਚੱਲਦਾ ਹੈ, ਜਿਸ ਮਗਰੋਂ ਸਵਾਰੀਆਂ ਦਾ ਹਾਸਾ ਅਤੇ ਉਤਸ਼ਾਹ ਵੀ ਸੁਣਿਆ ਜਾ ਸਕਦਾ ਹੈ। CUPE ਐਲਬਰਟਾ ਲੋਕਲ ਦੀ ਪ੍ਰੈਜ਼ੀਡੈਂਟ ਆਲੀਆ ਹੁਸੈਨ ਨੇ ਕਿਹਾ ਹੈ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ 에ਅਰਲਾਈਨ ਨੇ ਇੱਕ ਸਿਆਸਤਦਾਨ ਨੂੰ PA ਸਿਸਟਮ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਸੋਸ਼ਲ ਮੀਡੀਆ ਪਲੇਟਫਾਰਮ X ਤੇ ਲਿਖੀ ਪੋਸਟ 'ਚ ਆਲੀਆ ਨੇ ਕਿਹਾ ਕਿ ਕੈਬਨ ਕਰੂ ਕੋਲ ਪੋਲੀਏਵਰ ਨੂੰ ਬੋਲਣ ਦੀ ਆਗਿਆ ਦੇਣ ਦੇ ਫੈਸਲੇ 'ਚ ਕੋਈ ਇਨਪੁਟ ਨਹੀਂ ਸੀ ਅਤੇ 에ਅਰਲਾਈਨ ਨੇ ਨਿਯਮ ਕਹਿੰਦੇ ਹਨ ਕਿ ਸਿਰਫ ਚਾਲਕ ਦਲ ਦੇ ਮੈਂਬਰ ਹੀ ਇਸ ਸਿਸਟਮ ਦੀ ਵਰਤੋਂ ਕਰ ਸਕਦੇ ਨੇ। ਆਲੀਆ ਨੇ ਫਲਾਈਟ ਦੇ ਕਰੂ ਮੈਂਬਰਾਂ ਨੂੰ ਦੋਸ਼ੀ ਠਹਿਰਾਉਣ ਤੇ ਵੈਸਟਜੈਟ ਤੋਂ ਮੁਆਫੀ ਦੀ ਮੰਗ ਕੀਤੀ ਤੇ ਉਹ ਕਹਿੰਦੀ ਹੈ ਕਿ 에ਅਰਲਾਈਨ ਅਤੇ ਪੋਲੀਏਵਰ ਦੋਵਾਂ ਦਾ ਹੀ ਫੈਸਲਾ ਮਾੜਾ ਸੀ। ਵੈਸਟਜੈਟ ਦੇ CEO ਐਲੈਕਸਿਸ ਵੌਨ ਨੇ ਇਹ ਕਿਹਾ ਹੈ ਕਿ ਇਹ ਫਲਾਈਟ ਵਿਸ਼ੇਸ਼ ਤੌਰ ਤੇ ਕੰਜ਼ਰਵੇਟਿਵ ਪਾਰਟੀ ਦੇ ਇਜਲਾਸ ਲਈ ਵਧੀ ਮੰਗ ਦੇ ਮੱਦੇਨਜ਼ਰ ਮਦਦ ਲਈ ਸ਼ਾਮਲ ਕੀਤੀ ਗਈ ਸੀ ਤੇ ਇਸ ਕਰਕੇ ਮੁੱਖ ਤੌਰ ਤੇ ਫਲਾਈਟ ਕੰਜ਼ਰਵੇਟਿਵ ਡੈਲੀਗੇਟਾਂ ਨਾਲ ਭਰੀ ਹੋਈ ਸੀ, ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਉਹ ਨੀਤੀ ਤੇ ਮੁੜ ਵਿਚਾਰ ਕਰਨਗੇ। ਅਲੈਕਸਿਸ ਨੇ X ਤੇ ਲਿਖਿਆ, ਪਾਰਟੀ ਦੇ ਲੀਡਰ ਨੂੰ ਜਹਾਜ਼ ਦੇ ਡੈਲੀਗੇਟਾਂ ਦਾ ਸਵਾਗਤ ਕਰਨ ਦਾ ਮੌਕਾ ਦਿੱਤਾ ਗਿਆ ਸੀ।
पर यह राजनीतिक समर्थन नहीं सी ते ना ही इसनूं इस तरह समझिया जाना चाहिए है। प्रीमियर डग फोर्ड की सरकार वालों करवाई गई एक रिपोर्ट 'च ओंटारियो च क्लाइमेट चेंज के वाधे जोखम बारे चेतावनी दी गई है। प्रोविंशियल क्लाइमेट चेंज इंपैक्ट असैसमेंट नाम की रिपोर्ट 'च दस्सिया गया है कि जलवायु तब्दीली खेती तो लैके बुनियादी ढांचे ते भोजन उत्पादन तो लैके कारोबारां तक सब नूं प्रभावित करेगी। रिपोर्ट 'च ओंटारियो विच बेहद गर्मी वाले दिनां की गिणती, हड़ां ਅਤੇ जंगली अग्गां दीआं घटनावां 'ਚ वाधा होने का अनुमान लगाया गया है। ये रिपोर्ट सरकार को जनवरी 'ਚ पेश की गई सी, पर अगस्त 'ਚ इसनूं जनतक किया गया तो सरकार ने इस बारे कोई न्यूज़ रिलीज़ भी जारी नहीं की। वाटरलू यूनीवर्सिटी के क्लाइमेट सेंटर के मुखी ब्लेयर फेल्टमैट ने कहा है कि यह रिपोर्ट जलवायु तब्दीली और अत्यंत मौसम के प्रभावों का वर्णन करने लई हुण तक का सब तो वधिया काम है। 530 पन्नियां की रिपोर्ट 'च ओंटारियो 'च जलवायु तब्दीली के भविख 'च पैण वाले प्रभावों के गंभीर वेरवे शामिल ने। खेतीबाड़ी सैक्टर नूं घटदी उत्पादकता, फसलां खराब होण अते पशुओं की मौत का जोखम है। ओंटारियो के ज़्यादातर कारोबारां नूं जलवायु तब्दीली कारण वधे हुए जोखमां का सामना करना पवेगा। ओंटारियो की सब तो कमज़ोर आबादी 'च जलवायु के जोखम सब तो वध हन ते मौजूदा असमानतावां नूं होर वधाउणगे। उक्त रिपोर्ट सडबरी आधारित क्लाइमेट रिस्क इंस्टीट्यूट ने तैयार की है। फोर्ड सरकार ने 2020 च इस अदारे नूं यह जिम्मा सौंपिया सी। क्लाइमेट रिस्क इंस्टीट्यूट के प्रेजिडेंट एल डगलस ने कहा, प्रभाव इस समय बहुत स्पष्ट हैं, वो बहुत गंभीर हैं और ये भविख च जारी रहने की संभावना है। रिपोर्ट भविष्यवाणी की गई है कि 2080 तक दक्षिणी मध्य और पूर्वी ओंटारियो च हर साल औसतन 55 तो 60 दिन अत्यंत गर्मी वाले होंगे, जो कि लगभग 16 दिनों की मौजूदा सालाना औसत नालों करीब 4 गुणा वध ने। उत्तरी ओंटारियो जिथे हर साल औसतन 4 अत्यंत गर्मी के दिन होंगे ने, उत्थे हर साल अजिहे 35 दिन होने का अनुमान है। रिपोर्ट अनुसार ओंटारियो के जलवायु च तब्दीलियां तेज़ी नाल जारी रहने की उम्मीद है। ये पछाण करना जरूरी है कि किवें इस रिपोर्ट के नतीजों की वरतों ओंटारियो च लोकां, वातावरण प्रणालियां, कारोबारां ते भाईचारिਆਂ की सुरक्षा लई कार्रवाई नूं उत्साहित करने लई की जा सकती है। कैनेडा के कैलोना विखे एक बस च सिख विद्यार्थी ते कुछ व्यक्तियों वालों हमला किए जाने की जानकारी सामने आई है। इस मामले च सिख संगठन जांच की मंग कर रहे हैं। वर्ल्ड सिख ऑर्गेनाइजेशन ऑफ कैनेडा का कहना है कि सोमवार दोपहर 3:45 के करीब रटलैंड सेकेंडरी स्कूल तो BC ट्रांजिट बस च सवार 17 साला 11वीं जमात के विद्यार्थी ते हमला किया गया। इस पूरे मामले बारे WSOC ने दस्सिया है कि 2 व्यक्तियां पीड़ित विद्यार्थी के कोल आए तो पहला उन्होंने उस नूं बस च चढ़न नहीं दिता। फिर जदों उसने विद्यार्थी नूं बस च चढ़न की इजाज़त दी तो उन्होंने उसनूं लाइटर नाल धमकाउणा शुरू कर दिता। इस मगरों उन्होंने अपने फोन च पीड़ित सिख विद्यार्थी की तस्वीर खिंची तो उसनूं रिकॉर्ड करना शुरू कर दिता। इस मगरों जदों सिख विद्यार्थी पिछे मुड़िया तो हमलावरां दा फोन उन्होंने हत्थां चों डिग गया, जिसते उन्होंने बस ड्राइवर के सामने सिख विद्यार्थी नूं लत्तां अते मुक्के मारने शुरू कर दिते। इस पूरे मामले च बस चालक ने कोई दखलअंदाजी देने की बजाय विद्यार्थी अते हमलावरां नूं बस चों उतार दिता। WSOC ने कहा है कि बस चों लाहे जाण मगरों भी दोहां ने मिर्च स्प्रे का छिड़काव करन समेत हमला करना उदों तक जारी रखा जदों तक आले दुआले खड़े लोगों ने दखल नहीं दिता। हालांकि विद्यार्थी का नाम नहीं दस्सिया गया, पर WSOC का कहना है कि इस साल च कैलोना अंदर सिख विद्यार्थियों ते हमले की यह दूजी घटना है। इस तो पहला मार्च च भी अजिहा ही मामला सामने आया सी। इस घटना नूं लैके RCMP का कहना है कि मामले की सरगर्म जांच चल रही है। BCWSOC की उप प्रधान गुणतास कौर ने कहा है कि विद्यार्थी कैनेडा च हाल ही च नवा आया है तो उसनूं ये समझ नहीं आ रही सी कि उस उत्ते हमला क्यों किया गया सी। उन्होंने कहा कि विद्यार्थी हौली हौली ठीक हो रहा है। गुणतास कौर ने कहा कि अजिहा हमला अस्वीकारणयोग है तो उन्होंने इस संबंध च BC ट्रांजिट ड्राइवर विरुद्ध भी जांच की मंग की है। घातक हम्बोल्ट ब्रोंकोस बस हादसे लिए जिम्मेवार ट्रक ड्राइवर जसकीरत सिंह सिद्धू नूं डिपोर्ट किए जाने के मामले च कैनेडा के एक फैडरल जज ने अपना फैसला सुरक्षित रख लिया है। जसकीरत सिंह सिद्धू के वकील ने दलील दी कि कैनेडा बॉर्डर सर्विसिज एजेंसी के अधिकारी
ਜਿਨ੍ਹਾਂ ਨੇ ਉਸ ਨੂੰ ਦੇਸ਼ ਨਿਕਾਲਾ ਦੇਣ ਦੀ ਸਿਫਾਰਿਸ਼ ਕੀਤੀ ਸੀ, ਉਹਨਾਂ ਨੇ ਉਸ ਦੇ ਪਿਛਲੇ ਸਾਫ਼ ਰਿਕਾਰਡ ਅਤੇ ਪਛਤਾਵੇ ਦਾ ਕਾਰਨ ਨਹੀਂ ਸੀ। ਸੰਘੀ ਨਿਆਂ ਵਿਭਾਗ ਦੇ ਵਕੀਲ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਆਪਣੇ ਫੈਸਲੇ ਦੇ ਵਿਸਤ੍ਰਿਤ ਕਾਰਨ ਦੱਸੇ ਨੇ। CBSA ਨੇ ਸਿੱਧੂ ਨੂੰ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਨੂੰ ਸੌਂਪਣ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ਉਸ ਨੂੰ ਭਾਰਤ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। CBSA ਨੇ ਸਿੱਧੂ ਨੂੰ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਨੂੰ ਸੌਂਪਣ ਦੀਆਂ ਸਿਫਾਰਿਸ਼ਾਂ ਕੀਤੀਆਂ ਨੇ। ਇਸ ਬਾਰੇ ਚ ਫੈਡਰਲ ਕੋਰਟ ਦੇ ਚੀਫ ਜਸਟਿਸ ਪਾਲ ਕ੍ਰੈਂਪਟਨ ਨੇ ਕਿਹਾ ਹੈ ਕਿ ਉਹ ਹੰਬੋਟ ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਫੈਸਲਾ ਜਲਦੀ ਨੂੰ ਤਰਜੀਹ ਦੇ ਆਧਾਰ ਤੇ ਜਲਦੀ ਸੁਣਾਉਣਗੇ। ਹਾਲਾਂਕਿ ਉਹਨਾਂ ਨੇ ਤਰੀਕ ਨੂੰ ਲੈ ਕੇ ਕੁਝ ਨਹੀਂ ਕਿਹਾ। ਹੁਣ ਜੇਕਰ ਸਿੱਧੂ ਸਫਲ ਹੋ ਜਾਂਦੇ ਨੇ ਤਾਂ ਇਸ ਮਾਮਲੇ 'ਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲ ਮੁੜ ਸਮੀਖਿਆ ਲਈ ਭੇਜਿਆ ਜਾਵੇਗਾ। ਦੱਸ ਦਈਏ ਕਿ ਜਸਕੀਰਤ ਨੇ ਸਾਲ 2018 ਦੇ ਹਾਦਸੇ ਲਈ ਖਤਰਨਾਕ ਡਰਾਈਵਿੰਗ ਦੇ ਇਲਜ਼ਾਮਾਂ 'ਚ ਇਕਬਾਲੇ ਜੁਰਮ ਕੀਤਾ ਸੀ, ਜਿਸ ਵਿੱਚ ਉਸ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਹਾਦਸਾ ਸਸਕੈਚੁਅਨ ਦੇ ਪਿੰਡੂ ਇਲਾਕੇ 'ਚ ਹੋਇਆ ਸੀ। ਜਸਕੀਰਤ ਟਰੱਕ ਚਲਾ ਰਿਹਾ ਸੀ ਤੇ ਇੰਟਰਸੈਕਸ਼ਨ ਤੇ ਬਣੇ ਸਟਾਪ ਸਾਈਨ ਤੇ ਨਹੀਂ ਰੁਕਿਆ ਤੇ ਸਿੱਧਾ ਇੱਕ ਬੱਸ ਨਾਲ ਟਕਰਾ ਗਿਆ। ਇਹ ਬੱਸ ਹੰਬੋਲਟ ਬ੍ਰੋਂਕੋਸ ਦੀ ਹਾਕੀ ਟੀਮ ਨੂੰ ਲੈ ਕੇ ਜਾ ਰਹੀ ਸੀ। ਇਸ ਘਾਤਕ ਹਾਦਸੇ 'ਚ 16 ਮੌਤਾਂ ਹੋਈਆਂ ਸਨ ਤੇ 13 ਜਣੇ ਜ਼ਖਮੀ ਹੋਏ ਸਨ। ਮਿਸੀਸਾਗਾ ਦੀ ਮੇਅਰ ਬੌਨੀ ਕਰੋਂਬੀ ਇਸ ਸਾਲ ਦੇ ਅੰਤ 'ਚ ਆਪਣੀਆਂ ਮਿਊਨਿਸਪਲ ਡਿਊਟੀਆਂ ਤੋਂ ਛੁੱਟੀ ਲੈ ਕੇ ਓਨਟਾਰੀਓ ਦੀ ਲਿਬਰਲ ਪਾਰਟੀ ਦੀ ਅਗਲੀ ਲੀਡਰ ਬਣਨ ਵੱਲ ਧਿਆਨ ਕੇਂਦਰਿਤ ਕਰੇਗੀ। ਕਰੋਂਬੀ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਦੀ ਇਹ ਛੁੱਟੀ 7 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਕੌਂਸਲ ਨਵਾਂ ਅੰਤਰਿਮ ਮੇਅਰ ਨਿਯੁਕਤ ਕਰੇਗੀ। ਕਰੋਂਬੀ ਵੱਲੋਂ ਅਜੇ ਇਸ ਮਾਮਲੇ 'ਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਉਹਨਾਂ ਵੱਲੋਂ ਜੂਨ 'ਚ ਲੀਡਰਸ਼ਿਪ ਦੇ ਅਹੁਦੇ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਉਸ ਸਮੇਂ ਉਹਨਾਂ ਨੂੰ ਡੌਨ ਵੈਲੀ ਵੈਸਟ ਤੋਂ MPP ਸਟੈਫਨੀ ਬੋਮੈਨ ਦਾ ਸਮਰਥਨ ਹਾਸਲ ਹੋਇਆ ਸੀ। ਉਸ ਸਮੇਂ ਪ੍ਰੀਮੀਅਰ ਫੋਰਡ ਨੇ ਆਖਿਆ ਸੀ ਕਿ ਕਰੋਂਬੀ ਦੇ ਮੇਅਰ ਰਹਿਣ ਦੇ ਨਾਲ-ਨਾਲ ਓਨਟਾਰੀਓ ਦੀ ਲਿਬਰਲ ਪਾਰਟੀ ਦੀ ਆਗੂ ਦੀ ਦੌੜ ਵਿੱਚ ਹਿੱਸਾ ਲੈਣਾ ਮਿਸੀਸਾਗਾ ਵਾਸੀਆਂ ਦੇ ਮੂੰਹ ਤੇ ਚਪੇੜ ਦੇ ਧੁੱਲ ਹੋਵੇਗੀ। ਮੈਨੀਟੋਬਾ 'ਚ ਬੁੱਧਵਾਰ ਸਵੇਰੇ ਇੱਕ ਬੱਸ ਦੇ ਬਜਰੀ ਨਾਲ ਭਰੇ ਟਰੱਕ ਨਾਲ ਟਕਰਾਉਣ ਕਾਰਨ ਬੱਸ ਚਾਲਕ ਸਣੇ 2 ਬੱਚੇ ਜ਼ਖਮੀ ਹੋ ਗਏ। RCMP ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 8:30 ਵਜੇ ਵਿਨੀਪੈਗ ਦੇ ਉੱਤਰ ਪੱਛਮ 'ਚ ਹਾਈਵੇ 277 ਤੇ ਵਾਪਰਿਆ। ਪੁਲਿਸ ਮੁਤਾਬਕ ਹਾਦਸੇ ਦੌਰਾਨ ਬੱਸ ਦਾ ਚਾਲਕ ਵਾਲਾ ਪਾਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸ ਹਾਦਸੇ 'ਚ ਬੱਸ ਦੀ ਮਹਿਲਾ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਦੇ ਚੱਲਦਿਆਂ ਉਸ ਨੂੰ 에ਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਟੱਕਰ 'ਚ 2 ਬੱਚੇ ਵੀ ਜ਼ਖਮੀ ਹੋਏ ਨੇ, ਪਰ ਉਹਨਾਂ ਦੀਆਂ ਸੱਟਾਂ ਗੈਰ ਜਾਨਲੇਵਾ ਨੇ। ਹਾਦਸੇ ਵੇਲੇ ਬੱਸ 'ਚ 20 ਬੱਚੇ ਸਵਾਰ ਸਨ। ਇਸ ਘਟਨਾ ਮਗਰੋਂ ਹਾਈਵੇ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ। RCMP ਦੇ ਬੁਲਾਰੇ ਸਰਜੈਂਟ ਪਾਲ ਮੈਨੇਗਰੇ ਨੇ ਕਿਹਾ ਹੈ ਕਿ ਖੁਸ਼ਕਿਸਮਤੀ ਨਾਲ ਇਹ ਹਾਦਸਾ ਉਨਾ ਗੰਭੀਰ ਨਹੀਂ ਸੀ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਤੇ ਪੁਲਿਸ ਇਸ ਦੀ ਜਾਂਚ ਜੁਟੀ ਹੋਈ ਹੈ। ਘਟਨਾ ਵੇਲੇ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਦੋਹਾਂ ਵਾਹਨਾਂ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਵੇਂ ਲੱਗਾ ਜਿਵੇਂ ਭੁਚਾਲ ਆ ਗਿਆ ਹੋਵੇ। ਟੱਕਰ ਤੋਂ ਬਾਅਦ ਬੱਸ ਦਾ ਮੋਰਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਓਨਟਾਰੀਓ ਦੇ ਇਟੋਬੀਕੋਕ 'ਚ ਬੁੱਧਵਾਰ ਨੂੰ ਕਈ ਵਾਹਨਾਂ ਦੀ ਟੱਕਰ 'ਚ 6 ਲੋਕ ਜ਼ਖਮੀ ਹੋ ਗਏ। ਪੁਲਿਸ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਟੱਕਰ ਸ਼ਾਮੀ 6:40 ਤੇ ਆਈਲਿੰਗਟਨ ਐਵਨਿਊ ਅਤੇ ਸਪ੍ਰਿੰਗਬਰੂਕ ਗਾਰਡਨਜ਼ ਦੇ ਨੇੜੇ ਬਲੂਰ ਸਟਰੀਟ ਵੈਸਟ ਦੇ ਬਿਲਕੁਲ ਦੱਖਣ 'ਚ ਹੋਇਆ। ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਊਟੀ ਇੰਸਪੈਕਟਰ ਜੈਫ ਬੈਂਗਲਿਡ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਚੌਰਾਹੇ 'ਚ ਹੋਈ ਇਸ ਟੱਕਰ 'ਚ 3 ਵਾਹਨ ਸ਼ਾਮਲ ਸਨ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਘਟਨਾ ਮਗਰੋਂ ਉਹਨਾਂ ਨੇ 6 ਲੋਕਾਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ 'ਚ 3 ਪੁਰਸ਼ ਤੇ 3 ਔਰਤਾਂ ਸ਼ਾਮਿਲ ਨੇ। ਉਹਨਾਂ ਦੱਸਿਆ ਕਿ 2 ਮਰੀਜ਼ਾਂ ਦੀ ਹਾਲਤ ਗੰਭੀਰ ਹੈ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬੈਂਗਲਿਡ ਨੇ ਕਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ, ਪਰ ਪੁਲਿਸ ਦਾ ਮੰਨਣਾ ਹੈ ਕਿ ਇਸ ਹਾਦਸੇ ਦਾ ਮੁੱਢਲਾ ਕਾਰਨ ਤੇਜ਼ ਰਫ਼ਤਾਰ ਸੀ। ਪੁਲਿਸ ਨੇ ਪੀੜਤਾਂ ਦੀ ਪਹਿਚਾਣ ਨਹੀਂ ਦੱਸੀ। ਹਾਦਸੇ ਮਗਰੋਂ ਇੱਥੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਉਹ ਸਾਬਕਾ ਰਾਸ਼ਟਰਪਤੀ ਦੀਆਂ ਕਾਨੂੰਨੀ ਚੁਣੌਤੀਆਂ ਤੇ ਅਜੇ ਤੱਕ ਉਸ ਦੀਆਂ ਸਭ ਤੋਂ ਸਖਤ ਟਿੱਪਣੀਆਂ ਦੀ ਪੇਸ਼ਕਸ਼ ਕਰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਚੁਣੇ ਜਾਣ ਦਾ ਮੌਕਾ 0 ਦੇ ਨੇੜੇ ਹੁੰਦਾ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਚੋਣਾਂ ਵਿੱਚ ਹਾਰ ਸਕਦੇ ਨੇ। ਇਹ ਲਫ਼ਜ਼ ਡਿਸੈਂਟਿਸ ਨੇ ਬੁੱਧਵਾਰ ਨੂੰ ਪ੍ਰਸਾਰਿਤ ਨੋਰਾ ਓਡੋਨੇਲ ਨਾਲ CBC ਈਵਨਿੰਗ ਨਿਊਜ਼ ਨਾਲ ਇੱਕ ਇੰਟਰਵਿਊ 'ਚ ਬੋਲੇ।
डिसेंटिस ਨੂੰ ਪੁੱਛਿਆ ਗਿਆ ਕਿ ਕੀ ਵੋਟਰ ਕੁੱਲ 91 ਅਪਰਾਧਿਕ ਗਿਣਤੀਆਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੂੰ ਚੁਣਨਗੇ। ਉਹਨਾਂ ਕਿਹਾ ਕਿ ਉਹ ਇਸ ਸਭ ਤੋਂ ਪਹਿਲਾਂ ਵੀ ਇਹੀ ਸੋਚ ਰਹੇ ਸਨ ਕਿ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰਪਤੀ ਨੂੰ ਦੁਬਾਰਾ ਦੌੜਨਾ ਚਾਹੀਦਾ ਸੀ। ਡਿਸੈਂਟਿਸ ਦੀ ਸੁਰ ਮੁਹਿੰਮ 'ਚ ਪਹਿਲਾਂ ਨਾਲੋਂ ਇੱਕ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ ਜਦੋਂ ਫਲੋਰੀਡਾ ਦੇ ਗਵਰਨਰ ਨੇ GOP ਨਾਮਜ਼ਦਗੀ ਲਈ ਆਪਣੇ ਮੁੱਖ ਵਿਰੋਧੀ ਦੀ ਆਲੋਚਨਾ ਕਰਨ ਤੋਂ ਪਰਹੇਜ਼ ਕੀਤਾ। CNN ਨਾਲ ਜੁਲਾਈ ਦੇ ਇੱਕ ਇੰਟਰਵਿਊ 'ਚ ਡਿਸੈਂਟਿਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਟਰੰਪ ਨੂੰ 2020 ਦੀਆਂ ਚੋਣਾਂ ਨੂੰ ਉਲਟਾਉਣ ਦੀਆਂ ਕੋਸ਼ਿਸ਼ਾਂ 'ਚ ਨਿਆਂ ਵਿਭਾਗ ਦੀ ਜਾਂਚ 'ਚ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਸ ਇੰਟਰਵਿਊ ਨੂੰ ਟਰੰਪ ਦੀਆਂ ਕਾਨੂੰਨੀ ਮੁਸੀਬਤਾਂ ਦੀਆਂ ਰਿਪੋਰਟਾਂ ਨਾਲ ਜੋੜਿਆ ਗਿਆ ਸੀ। ਇਹ ਉਜਾਗਰ ਕੀਤਾ ਗਿਆ ਸੀ ਕਿ ਕਿਵੇਂ ਉਹਨਾਂ ਨੇ ਰਿਪਬਲਿਕਨ ਦੌੜ ਨੂੰ ਛਾਇਆ ਕੀਤਾ ਹੈ ਅਤੇ ਪ੍ਰਮੁੱਖ GOP ਸ਼ਖਸੀਅਤਾਂ ਨੂੰ ਉਸ ਦੇ ਪਿੱਛੇ ਰੈਲੀ ਕਰਨ ਲਈ ਪ੍ਰੇਰਿਤ ਕੀਤਾ। ਕੈਵਲਕੈਂਟ ਜੋ 31 ਅਗਸਤ ਨੂੰ ਚੈਸਟਰ ਕਾਉਂਟੀ ਜੇਲ੍ਹ ਤੋਂ ਫਰਾਰ ਹੋਇਆ ਸੀ, ਨੂੰ ਪਿਛਲੇ ਮਹੀਨੇ ਆਪਣੀ ਸਾਬਕਾ ਪ੍ਰੇਮਿਕਾ ਦੀ 2021 ਦੀ ਹੱਤਿਆ 'ਚ ਦੋਸ਼ੀ ਠਹਿਰਾਇਆ ਗਿਆ ਸੀ। US ਮਾਰਸ਼ਲ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਬ੍ਰਾਜ਼ੀਲ 'ਚ 2017 ਦੇ ਇੱਕ ਕਤਲ ਕੇਸ 'ਚ ਵੀ ਲੋੜੀਂਦਾ ਹੈ। ਬੁੱਧਵਾਰ ਰਾਤ ਨੂੰ ਇੱਕ ਨਿਊਜ਼ ਕਾਨਫਰੰਸ 'ਚ ਪੈਨਸਿਲਵੇਨੀਆ ਰਾਜ ਪੁਲਿਸ ਦੇ ਲੈਫਟੀਨੈਂਟ ਕਰਨਲ ਜਾਰਜ ਬਿਵੇਨਸ ਨੇ ਕਿਹਾ ਸੀ ਕਿ ਯੋਡਾ ਭਗੌੜੇ ਦੇ ਕਬਜ਼ੇ ਵਿੱਚ ਇੱਕ ਮਹੱਤਵਪੂਰਨ ਤਾਕਤ ਸੀ ਜਿਸ ਨੇ ਬਾਅਦ ਵਿੱਚ ਉਸ ਨੂੰ ਆਪਣੇ ਕਬਜ਼ੇ 'ਚ ਚੋਰੀ ਕੀਤੀ ਰਾਈਫਲ ਦੀ ਵਰਤੋਂ ਕਰਨ ਤੋਂ ਰੋਕਿਆ ਜੋ ਕਿ ਹਥਿਆਰਾਂ ਦੀ ਪਹੁੰਚ ਵਿੱਚ ਸੀ। ਪੈਨਸਿਲਵੇਨੀਆ ਦੇ ਪੂਰਬੀ ਜ਼ਿਲ੍ਹੇ ਲਈ ਸੁਪਰਵਾਈਜ਼ਰੀ ਡਿਪਟੀ US ਮਾਰਸ਼ਲ ਰਾਬਰਟ ਕਲਾਰਕ ਨੇ ਦੱਸਿਆ ਕਿ ਉਹ ਟਰੈਕਿੰਗ ਅਤੇ ਖੋਜ ਦੇ ਤੌਰ ਤੇ ਬਹੁਤ ਜ਼ਰੂਰੀ ਸੀ, ਜਿਵੇਂ ਕਿ ਇੱਥੇ ਬਹੁਤ ਸਾਰੇ ਹੋਰ K-90 ਹਨ। ਇਹ ਸਾਰੇ K-9 ਸਰੋਤਾਂ ਦੀ ਵਰਤੋਂ ਖੇਤਰ ਦੀਆਂ ਵੱਖ-ਵੱਖ ਰਣਨੀਤਿਕ ਟੀਮਾਂ ਦੁਆਰਾ ਕੀਤੀ ਗਈ ਸੀ ਤੇ ਉਹ ਸਿਰਫ ਸ਼ਾਨਦਾਰ ਸਰੋਤ ਸਨ। ਯੋਡਾ ਮਿਸ਼ੀਗਨ ਤੋਂ ਬਾਹਰ ਤੈਨਾਤ US ਬਾਰਡਰ ਪੈਟਰੋਲ ਟੈਕਨੀਕਲ ਯੂਨਿਟ ਤੋਂ ਖੋਜ ਵਿੱਚ ਸ਼ਾਮਲ ਹੋਇਆ। ਕਲਾਰਕ ਨੇ ਇਸ ਬਾਰੇ ਗੱਲ ਕੀਤੀ। ਕਰਨਲ ਬਿਵੇਨਸ ਦੇ ਅਨੁਸਾਰ ਭਗੌੜਾ ਸੌਂ ਰਿਹਾ ਸੀ ਜਦੋਂ ਪੁਲਿਸ ਨੇ ਆਖਰਕਾਰ ਉਸ ਨੂੰ ਲੱਭ ਲਿਆ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਓਨਟਾਰੀਓ ਨਾਲ $74 ਮਿਲੀਅਨ ਦੀ ਡੀਲ। ਅਗਲੇ 3 ਸਾਲਾਂ 'ਚ 2000 ਦੇ ਨੇੜੇ-ਤੇੜੇ ਹਾਊਸਿੰਗ ਯੂਨਿਟ ਤਿਆਰ ਕਰਨ ਦੇ ਕੰਮ 'ਚ ਆਵੇਗੀ ਤੇਜ਼ੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ ਐਲਾਨ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਦੁਆਰਾ ਜਹਾਜ਼ 'ਚ ਸਵਾਰੀਆਂ ਨੂੰ ਸੰਬੋਧਨ ਕਰਨ ਵਾਲੇ ਸਿਸਟਮ ਤੇ ਬੋਲਣ ਤੋਂ ਬਾਅਦ ਵੈਸਟਜੈਟ ਦੇ ਕੈਬਨ ਕਰੂ ਦੀ ਨੁਮਾਇੰਦਗੀ ਕਰਦੀ ਯੂਨੀਅਨ ਨੇ 에ਅਰਲਾਈਨ ਤੋਂ ਮੁਆਫੀ ਦੀ ਕੀਤੀ ਮੰਗ। ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਵੱਲੋਂ ਕਰਵਾਈ ਗਈ ਇੱਕ ਰਿਪੋਰਟ 'ਚ ਓਨਟਾਰੀਓ ਦੇ ਕਲਾਈਮੇਟ ਚੇਂਜ ਦੇ ਵਾਧੇ ਜ਼ੋਖਮ ਬਾਰੇ ਚੇਤਾਵਨੀ। ਰਿਪੋਰਟ 'ਚ ਦੱਸਿਆ ਗਿਆ ਜਲਵਾਯੂ ਤਬਦੀਲੀ ਖੇਤੀ ਤੋਂ ਲੈ ਕੇ ਬੁਨਿਆਦੀ ਢਾਂਚੇ ਤੇ ਭੋਜਨ ਉਤਪਾਦਨ ਤੋਂ ਲੈ ਕੇ ਕਾਰੋਬਾਰਾਂ ਤੱਕ ਸਭ ਨੂੰ ਕਰੇਗੀ ਪ੍ਰਭਾਵਿਤ। ਬੱਸ 'ਚ ਸਿੱਖ ਵਿਦਿਆਰਥੀ ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਕੀਤੀ ਜਾਂਚ ਦੀ ਮੰਗ।